ਜਿਹੜੇ ਲੋਕ ਬਾਈਕਾਟ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਜਿਹੜੇ ਵੀ ਇਹੋ ਜਿਹੇ ਕੋਈ ਸ਼ਬਦ ਹੀ ਨਹੀਂ ਜੁੜ ਰਹੇ ਮੇਰੇ ਕੋਲੇ ਵੀ ਕਿਸ ਸ਼ਬਦਾਂ ਨਾਲ ਮੈਂ ਉਹਨਾਂ ਦੀ ਨਿਖੇਧੀ ਕਰਾਂ। ਮੈਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੋਂ ਪੁੱਛਣਾ ਚਾਹਣਾ ਕਿ ਤੁਸੀਂ ਹਮੇਸ਼ਾ ਕਹਿੰਦੇ ਹੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਅਸੀਂ ਵੀ ਉਹਦੇ ਹਿੱਸੇਦਾਰ ਸੀ। ਮੈਂ ਖੁਦ ਸਬੂਤ ਦੇ ਸਕਦਾ, ਦਿੱਲੀ ਦੇ ਵਿੱਚ ਸੀ। ਗਰੀਬ ਹੁੰਦਾ ਜਾ ਰਿਹਾ। ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਵੀ ਇਹਦਾ ਕੀ ਫਾਰਮੂਲਾ ਗਰੀਬ ਹੁੰਦਾ ਜਾ ਰਿਹਾ। ਮੁੱਖ ਮੰਤਰੀ ਸਾਹਿਬ, ਤੁਸੀਂ ਮੈਨੂੰ ਇਹ ਤਾਂ ਦੱਸ ਦਿਓ ਕਿ 2 ਮਹੀਨਿਆਂ ਦੇ ਵਿੱਚ ਤੁਸੀਂ ਮਜ਼ਦੂਰਾਂ ਲਈ ਸਿਰਫ ਇੱਕ ਉਂਗਲ ਖੜੀ ਕਰਕੇ ਆਏ ਦੱਸ ਦਿਓ ਵੀ ਆਹ ਐਲਾਨ ਕੀਤਾ ਹੋਵੇ। ਇਸ ਵਾਰ ਬੁੱਧਰਾਮ ਰਿਜ਼ਰਵ ਸੀਟ ਜਿੱਤੇ ਹੋਏ ਨੇ, ਉਹ ਕੁਛ ਕਰੇ ਨੇ। ਕੈਬਨਿਟ ਮੰਤਰੀ ਮਾਨਸਾ ਨੂੰ ਮਿਲਿਆ ਨਾ ਹੀ ਉਹ ਬੋਲ ਰਹੇ ਨੇ, ਕੀ ਕਹਿਣਾ ਚਾਹੋਗੇ? ਤੁਸੀਂ ਤਾਂ ਮੇਰੇ ਸਮਝ 'ਚ 2 ਵਿਅਕਤੀਆਂ ਦਾ ਨਾਮ ਗਲਤ ਲੈ ਰਹੇ ਹੋ। 92 ਚੋਂ ਕਿਹੜਾ ਬੋਲ ਰਿਹਾ ਕਿ ਤੇਰੀ ਅੱਖ ਦੇ ਵਿੱਚ ਅੱਖ ਪਾ ਕੇ ਮਜ਼ਦੂਰ ਕਿਰਤੀ ਲੋਕ ਗੱਲ ਕਰਨਗੇ ਕਿ ਤੂੰ 2 ਮਹੀਨਿਆਂ ਦੇ ਵਿੱਚ ਮਜ਼ਦੂਰਾਂ ਲਈ ਉਹ ਕਿਹੜਾ ਐਲਾਨ ਆ, ਫਿਰ ਬਣਾ ਲਈ ਉਦਯੋਗਪਤੀਆਂ ਦੀਆਂ ਨੀਤੀਆਂ, ਉਹਦੀ ਜ਼ਮੀਨ ਛਡਾ ਲਈ, ਇਹਦੇ ਗਨਮੈਨ ਵਾਪਸ ਲੈ ਲਾ, ਸਾਨੂੰ ਕੋਈ ਫਰਕ ਨਹੀਂ। ਇਹ ਸਰਕਾਰ ਦੇ ਧੌਣ ਦੇ ਉੱਤੇ ਗੋਡਾ ਰੱਖ ਕੇ ਹੱਕ ਲਵਾਂਗੇ। ਜੇ ਹੱਕ ਨਾ ਮਿਲੇ ਫਿਰ ਹੱਕ ਖੋਣ ਵੀ ਜਾਣਗੇ। ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ, ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਘਾਣੀਆ, ਤੁਸੀਂ ਜੁੜੇ ਹੋ ਸਰਲੇਖ ਦੇ ਨਾਲ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਕਦਮ ਸੰਭਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਅੱਜ ਪਿਛਲੇ ਕਾਫੀ ਦਿਨਾਂ ਤੋਂ ਮਜ਼ਦੂਰਾਂ ਦੀ ਦਿਹਾੜੀ ਤੇ ਮਜ਼ਦੂਰਾਂ ਦੀਆਂ ਜਿਹੜੀ ਹੋਰ ਮੁੱਖ ਮੰਗਾਂ ਨੇ, ਉਹਨਾਂ ਨੂੰ ਲੈ ਕੇ ਜਿਹੜੀ ਆਮ ਆਦਮੀ ਪਾਰਟੀ ਵੱਡੇ ਦਾਅਵੇ ਕਰਦੀ ਸੀ, ਭਗਵੰਤ ਮਾਨ ਦੀ ਖਾਸ ਕਰ ਚੁੱਪ ਨੂੰ ਖਿਲਾਉਣ ਦੇ ਲਈ ਅੱਜ ਮਜ਼ਦੂਰ ਜਥੇਬੰਦੀਆਂ ਦਾ ਸਰਦੂਲਗੜ੍ਹ ਤੋਂ ਚੱਲਿਆ ਕਾਫਲਾ ਝਨੀਰ ਬਰਾਡਾ ਹੁੰਦਾ ਹੋਇਆ ਅੱਜ ਭੀਖੀ ਪਹੁੰਚਿਆ। 24 ਨੂੰ ਦਿੱਤੇ ਪ੍ਰੋਗਰਾਮ ਅਨੁਸਾਰ ਅੱਜ ਪੰਜਾਬ ਦੀਆਂ ਬਹੁਤ ਸਾਰੀਆਂ ਭਰਾਤਰੀ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਇਕੱਠੀਆਂ ਇਕਜੁੱਟ ਹੁੰਦੀਆਂ ਨਜ਼ਰ ਆ ਰਹੀਆਂ ਨੇ। ਮੇਰੇ ਨਾਲ ਮਜ਼ਦੂਰਾਂ ਦੀ ਅਗਵਾਈ ਕਰ ਰਹੇ ਕੁਲਦੀਪ ਸਿੰਘ ਸਰਦੂਲਗੜ੍ਹ ਜੀ ਹਾਜ਼ਰ ਨੇ। ਬਾਈ ਜੀ ਸਤਿ ਸ਼੍ਰੀ ਅਕਾਲ। ਕੁਲਦੀਪ, ਗੱਲ ਕਰਦੇ ਪਹਿਲਾਂ ਤਾਂ ਆਲਮਪੁਰ ਮੰਦਰਾਂ ਦੀ। ਆਲਮਪੁਰ ਮੰਦਰਾਂ ਦੀ ਗੱਲ ਨਾ ਕਰੀਏ, ਪੂਰੇ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ, ਜਿਹੜੇ ਲੋਕ ਬਾਈਕਾਟ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਜਿਹੜੇ ਵੀ ਇਹੋ ਜਿਹੇ ਕੋਈ ਸ਼ਬਦ ਹੀ ਨਹੀਂ ਜੁੜ ਰਹੇ ਮੇਰੇ ਕੋਲੇ ਵੀ ਕਿਸ ਸ਼ਬਦਾਂ ਨਾਲ ਮੈਂ ਉਹਨਾਂ ਦੀ ਨਿਖੇਧੀ ਕਰਾਂ। ਐਡਾ ਵੱਡਾ ਪਾਪ ਪਤਾ ਨਹੀਂ ਕੁਦਰਤ ਦੀ ਕਚਹਿਰੀ ਦੇ ਵਿੱਚੋਂ ਕੀ ਮੂੰਹ ਲੈ ਕੇ ਜਾਣਗੇ ਜਿਹੜੇ ਲੋਕ ਭਾਈਚਾਰੇ ਨੂੰ ਪਾੜਨ ਦਾ ਕੰਮ ਕਰਦੇ ਨੇ। ਤੁਸੀਂ ਮੰਘਾਣੀਆ ਸਾਹਿਬ, ਤੁਹਾਡਾ ਮਾਨਸਾ ਜ਼ਿਲ੍ਹਾ ਛੱਡੋ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਤੁਹਾਡਾ ਚੈਨਲ ਉੱਭਰ ਕੇ ਸਾਹਮਣੇ ਆਇਆ। ਤੁਸੀਂ ਆਪ ਸਟੱਡੀ ਕਰਕੇ ਆਏ ਹੋ ਉਸ ਪਿੰਡ ਦੇ ਵਿੱਚ। ਉਸ ਪਿੰਡ ਦਾ ਸਰਪੰਚ ਖੁਦ, ਤੁਹਾਡੀ ਮੈਂ ਇੰਟਰਵਿਊ ਸੁਣੀ ਸੀ, ਉਹ ਮੰਨਿਆ ਕਿ ਅਸੀਂ ਦੁੱਧ ਦਾ ਬਾਈਕਾਟ ਕੀਤਾ। ਤੁਹਾਡੇ ਨਾਲ ਹੀ ਉਹਨਾਂ ਨੇ ਗੱਲ ਸਾਂਝੀ ਕੀਤੀ। ਤੇ ਇਦੋਂ ਵੱਡਾ ਪਾਪ ਕੀ ਹੋ ਸਕਦਾ? ਕਿਉਂਕਿ ਸਾਡੇ ਪਸ਼ੂਆਂ ਦਾ ਖਾਣਾ ਤਾਂ ਪਹਿਲਾਂ ਹੀ ਖੋਇਆ ਜਾ ਚੁੱਕਿਆ। ਆਉਣ ਵਾਲੇ ਸਮੇਂ ਦੇ ਵਿੱਚ ਗਰੀਬ ਵਰਗ ਕੋਲੇ ਪਸ਼ੂ ਨਹੀਂ ਰਹਿਣਾ, ਕਿਉਂਕਿ ਤੂੜੀ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ। ਦੁੱਧ ਦੇ ਮਤੇ ਪੈਣ ਲੱਗੇ ਹੋਏ ਨੇ, ਬਾਈਕਾਟ ਦੁੱਧ ਦੇ ਹੋਣ ਲੱਗੇ ਨੇ। ਤੁਸੀਂ ਉਹ ਚੀਜ਼ ਨੂੰ ਸਾਬਤ ਵੀ ਕੀਤਾ ਜਾ ਕੇ, ਤਾਂ ਫਿਰ ਇਦੋਂ ਮਾੜੀ ਗੱਲ ਕੀ ਹੋ ਸਕਦੀ ਹੈ? ਜਦੋਂ ਹੀ ਪਿਛਲੇ ਦਿਨੀ ਤੁਹਾਡੀ ਜਿਹੜਾ ਲੈਕਚਰ ਹੈ ਬਲਾਡੇ ਵਾਲਾ ਵਾਇਰਲ ਹੁੰਦਾ ਤਾਂ ਬਹੁਤ ਸਾਰੀਆਂ ਮਜ਼ਦੂਰ ਜਥੇਬੰਦੀਆਂ ਸਾਨੂੰ ਵੀ ਕਾਲ ਆਉਂਦੀਆਂ ਨੇ, ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਨੇ। ਪਰ ਇੱਕ ਜਿਹੜਾ ਸ਼ੰਕਾ ਜਤਾਇਆ ਜਾ ਰਿਹਾ ਕਿ ਕਿਤੇ ਇਹ ਨਾ ਹੋਵੇ, ਉਹ ਲੋਕ ਉਮੀਦ ਕਰ ਰਹੇ ਨੇ ਕਿ ਜਿਵੇਂ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਲੜਾਈ ਲੜੀ ਉਹਨਾਂ ਨੇ, ਕੀ ਤੁਹਾਨੂੰ ਲੱਗਦਾ ਕਿ ਸਾਰੀ ਜਥੇਬੰਦੀਆਂ ਨੂੰ 24 ਵਾਲੇ ਪ੍ਰੋਗਰਾਮ ਤੇ ਇੱਕ ਪਲੇਟਫਾਰਮ ਤੇ ਲੈ ਕੇ ਆਉਂਗੇ? ਤੁਸੀਂ ਦੇਖੋ, ਇੱਥੇ ਤੁਸੀਂ ਆਪ ਦੇਖ ਕੇ ਆਏ ਹੋ। ਮੇਰਾ ਖਿਆਲ 3-4 ਜਥੇਬੰਦੀਆਂ ਦੇ ਬੁਲਾਰੇ ਬੋਲ ਚੁੱਕੇ ਨੇ। ਤੁਸੀਂ ਮਿਲ ਕੇ ਆਏ ਹੋ, ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਨੇ। ਮੇਰਾ ਖੁੱਲ੍ਹਾ ਸੱਦਾ, ਇਹ ਇਕੱਲੀ ਸਾਡੀ ਲੜਾਈ ਨਹੀਂ। ਕੋਈ ਪੰਜਾਬ ਦੇ ਵਿੱਚ ਫਿਲਹਾਲ ਦੀ ਘੜੀ ਮਹੀਨੇ 2 ਜਾਂ 6 ਮਹੀਨੇ ਜਾਂ 2 ਸਾਲਾਂ ਤੱਕ ਕੋਈ ਚੁਣਾਵ ਵੀ ਨਹੀਂ ਕਿ ਲੜਾਈ ਲੜ ਰਹੇ ਆ। ਸਾਡਾ ਜੇ ਅਸੀਂ ਮਜ਼ਦੂਰ ਜਥੇਬੰਦੀਆਂ ਲਾਇਆ, ਸਾਡਾ ਖੁਦ ਦਾ ਫਰਜ਼ ਬਣਦਾ ਕਿ ਅਸੀਂ ਆਪਦੇ ਭਾਈਚਾਰੇ ਨੂੰ, ਜਿਹਨੂੰ ਦਬਾ ਕੇ ਰੱਖਿਆ ਜਾ ਰਿਹਾ, ਹਰੇਕ ਵਰਗ ਵੱਲੋਂ ਕੁਚਲ ਕੇ ਰੱਖਿਆ ਜਾ ਰਿਹਾ, ਕਹਿੰਦੇ ਗਰੀਬ ਹੁੰਦਾ ਜਾ ਰਿਹਾ। ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਵੀ ਇਹਦਾ ਕੀ ਫਾਰਮੂਲਾ ਗਰੀਬ ਹੁੰਦਾ ਜਾ ਰਿਹਾ, ਕਿਉਂ ਹੁੰਦਾ ਜਾ ਰਿਹਾ? ਇਹਦਾ ਕਾਰਨ ਇਹ ਆ ਵੀ ਗਰੀਬ ਨੂੰ ਸਹੀ ਦਿਹਾੜੀ ਨਹੀਂ ਮਿਲਦੀ, ਸਹੀ ਮਜ਼ਦੂਰੀ ਨਹੀਂ ਮਿਲਦੀ। ਇਸ ਕਰਕੇ 200 ਰੁਪਇਆ ਔਰਤ ਨੂੰ ਦਿੱਤਾ ਜਾਂਦਾ,
4-4 5-5 ਹਜ਼ਾਰ ਦੁਕਾਨਾਂ ਤੇ ਸਾਡੇ ਮੁੰਡੇ ਫੈਕਟਰੀਆਂ ਦੇ ਵਿੱਚ ਲੱਗ ਰਹੇ ਨੇ ਤੇ ਗਰੀਬੀ ਕਿਵੇਂ ਦੂਰ ਹੋਵੇਗੀ। ਸਾਡੀ ਮੰਗ ਆ 400 ਰੁਪਇਆ ਔਰਤ ਦੀ ਦਿਹਾੜੀ ਜ਼ਰੂਰੀ ਆ, 700 ਰੁਪਇਆ ਮਜ਼ਦੂਰ ਦੀ ਹੋਣੀ ਚਾਹੀਦੀ ਆ। ਜਿਹੜੇ ਦੁਕਾਨਾਂ ਤੇ ਸ਼ੋਰੂਮਾਂ ਤੇ ਜਾਂ ਫੈਕਟਰੀਆਂ ਦੇ ਵਿੱਚ ਮੁੰਡੇ ਕੰਮ ਕਰਦੇ ਨੇ ਘੱਟੋ ਘੱਟ 15,000 ਰੁਪਇਆ ਤੇ 8 ਘੰਟੇ ਡਿਊਟੀ, ਇਹ ਸਾਡੀ ਮੰਗ ਆ। ਕੰਮ ਦੌਰਾਨ ਜੇ ਕੋਈ ਬੰਦੇ ਨੂੰ ਕੋਈ ਕਿਸੇ ਤਰ੍ਹਾਂ ਕੋਈ ਹਾਦਸਾ ਵਾਪਰ ਜਾਂਦਾ, ਚਾਹੇ ਉਹਦੇ ਸਰੀਰ ਨਾਲ ਜਾਂ ਉਹਦੇ ਕੋਈ ਸਰੀਰ ਦਾ ਅੰਗ ਮਾਰਿਆ ਜਾਂਦਾ ਜਾਂ ਉਹਦੀ ਮੌਤ ਹੋ ਜਾਂਦੀ ਆ, ਤੇ ਸਰਕਾਰ ਨੂੰ ਤੁਰੰਤ ਢੁਕਵਾਂ ਮੁਆਵਜ਼ਾ ਪਰਿਵਾਰ ਨੂੰ ਦੇਣਾ ਚਾਹੀਦਾ। ਤੇ ਇਹ ਸਾਡੀਆਂ ਮੰਗਾਂ ਨੇ। ਮਨਰੇਗਾ ਦੇ ਵਿੱਚ ਬੜੇ ਘਟਾਲੇ ਹੋਏ ਨੇ। ਇਹ ਤਰ੍ਹਾਂ ਤਰ੍ਹਾਂ ਦਾ ਬਹੁਤ ਵੱਡੇ ਐਜੀਟੇਸ਼ਨ ਨੇ, ਬੜੇ ਐਜੀਟੇਸ਼ਨ ਹੋਏ ਨੇ, ਬੜੇ ਮੁੱਦੇ ਨੇ। ਕਿ ਤੁਸੀਂ ਇੱਕ ਮੁੱਦਾ ਦੇਖੋ, ਕਿਸਾਨਾਂ ਦੀ, ਸਾਡੇ ਭਰਾਵਾਂ ਦੀ ਫਸਲ ਮਰੀ, ਸਾਨੂੰ ਵੀ ਦੁੱਖ ਹੋਇਆ। ਸਰਕਾਰ ਨੇ ਮੁਆਵਜ਼ਾ ਦਿੱਤਾ, ਮੇਰਾ ਖਿਆਲ ਮੈਂ ਸੁਣਿਆ 15,000 ਰੁਪਏ ਤੱਕ ਮੁਆਵਜ਼ਾ ਉਹਨਾਂ ਨੂੰ ਮਿਲਿਆ। ਹੋ ਸਕਦਾ ਸਰਕਾਰ ਹੋਰ ਵਧਾ ਦੇਣਾ ਚਾਹੀਦਾ। ਪਰ ਅੱਜ ਤੱਕ ਨਰਮੇ ਦੀ ਚੁਗਾਈ ਕਰਕੇ ਆਪਣੀਆਂ ਧੀਆਂ ਦਾ ਦਾਜ ਬਣਾਉਣ ਵਾਲਾ, ਆਪਣੇ ਪਰਿਵਾਰਾਂ ਦੀਆਂ ਲੋੜਾਂ ਪੂਰਾ ਕਰਨ ਵਾਲੀਆਂ ਮੇਰੀਆਂ ਧੀਆਂ ਭੈਣਾਂ ਨੂੰ ਅੱਜ ਤੱਕ ਸਰਕਾਰ ਨੇ ਕੋਈ ਸਹੂਲਤ ਜਾਂ ਕੋਈ ਮੁਆਵਜ਼ੇ ਦਾ ਚੈੱਕ ਨਹੀਂ ਦਿੱਤਾ। ਇਹ ਐਡਾ ਵੱਡਾ ਪਾੜਾ ਕਿਉਂ ਆ? ਮੈਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੋਂ ਪੁੱਛਣਾ ਚਾਹਣਾ ਕਿ ਤੁਸੀਂ ਹਮੇਸ਼ਾ ਕਹਿੰਦੇ ਹੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਅਸੀਂ ਵੀ ਉਹਦੇ ਹਿੱਸੇਦਾਰ ਸੀ। ਮੈਂ ਖੁਦ ਸਬੂਤ ਦੇ ਸਕਦਾ, ਦਿੱਲੀ ਦੇ ਵਿੱਚ ਸੀ, ਤੇ ਮੈਂ ਇਹ ਵੀ ਸਬੂਤ ਦੇ ਸਕਦਾ ਕਿ ਉੱਥੇ ਸ਼ਡਿਊਲ ਕਾਸਟ ਭਾਈਚਾਰੇ ਦੇ ਲੋਕਾਂ ਨੇ ਸ਼ਹੀਦੀਆਂ ਵੀ ਦਿੱਤੀਆਂ। ਅਸੀਂ ਹਰੇਕ ਲੜਾਈ ਦੇ ਵਿੱਚ ਤੁਹਾਡੇ ਨਾਲ ਯੋਗਦਾਨ ਦਿੱਤਾ। ਤੇ ਮੈਂ ਤੁਹਾਤੋਂ ਪੁੱਛਣਾ ਚਾਹਣਾ ਕਿ ਇੱਕ ਇਹੋ ਜਿਹਾ ਕੋਈ ਮੈਨੂੰ ਐਲਾਨ ਦੱਸ ਦਿਓ ਜਿਹੜਾ ਤੁਸੀਂ ਮਜ਼ਦੂਰਾਂ ਦੇ ਲਈ ਕੀਤਾ ਹੋਵੇ, ਜਿਹੜਾ ਮਜ਼ਦੂਰਾਂ ਦੇ ਭਵਿੱਖ ਨੂੰ ਉੱਚਾ ਚੁੱਕਣ ਵਾਲਾ ਹੋਵੇ। ਤੇ ਜੇ ਮੈਂ ਗੱਲ ਕਰਾਂ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਇੱਕ ਹਰ ਫਰੰਟ ਤੇ ਫੇਲ ਹੋ ਚੁੱਕਿਆ, ਉਹਦੇ ਕੋਲੇ ਗੱਲ ਹੀ ਇੱਕੋ ਆ ਕਿ 6 ਮਹੀਨੇ ਮੈਨੂੰ ਦਿਓ। ਜਿਹਦੇ ਘਰੇ ਹੁਣ ਆਟਾ ਨਹੀਂ, ਜਿਹਦੇ ਘਰ ਹੁਣ ਰਾਸ਼ਨ ਨਹੀਂ, ਉਹ 6 ਮਹੀਨੇ ਕਿਵੇਂ ਬਤੀਤ ਕਰੇਗਾ? ਉਹ ਤੇਰੀ ਕਮ ਸੇ ਕਮ ਮੈਂ ਪੰਜਾਬ ਦੇ ਮੁੱਖ ਮੰਤਰੀ ਤੋਂ ਪੁੱਛਣਾ ਚਾਹਣਾ ਵੀ ਮੁੱਖ ਮੰਤਰੀ ਸਾਹਿਬ ਤੁਸੀਂ ਮੈਨੂੰ ਇਹ ਤਾਂ ਦੱਸ ਦਿਓ ਕਿ 2 ਮਹੀਨਿਆਂ ਦੇ ਵਿੱਚ ਤੁਸੀਂ ਮਜ਼ਦੂਰਾਂ ਲਈ ਸਿਰਫ ਇੱਕ ਉਂਗਲ ਖੜੀ ਕਰਕੇ ਐਂ ਦੱਸ ਦਿਓ ਵੀ ਆਹ ਐਲਾਨ ਕੀਤਾ ਹੋਵੇ। ਇੱਕ ਐਲਾਨ ਤੁਸੀਂ ਵੀ ਨਹੀਂ ਕੀਤਾ। ਸਿਰਫ ਮਜ਼ਦੂਰਾਂ ਨੂੰ ਸਮੇਂ-ਸਮੇਂ ਤੇ ਵਰਤਿਆ ਜਾਂਦਾ। ਤੇ ਜੇ ਅਸੀਂ ਮਜ਼ਦੂਰਾਂ ਦੀ ਲੜਾਈ ਲੜਦੇ ਆਂ ਤੇ ਸਾਨੂੰ ਕਹਿੰਦੇ ਨੇ ਜਾਤੀ ਪਾਤੀ ਦਾ ਪਾੜਾ ਪਾਉਂਦੇ ਨੇ ਜੀ, ਇਹ ਕਰਦੇ ਨੇ। ਮਜ਼ਦੂਰ ਨੇ ਤਾਂ ਕਦੇ ਨਹੀਂ ਆਖਿਆ ਵੀ ਤੁਸੀਂ 1500 ਵਾਲੀ ਟਰਾਲੀ 5000 ਦੀ ਹੋ ਗਈ, ਉਹ ਤੁਹਾਡੀ ਚੀਜ਼ ਆ, ਤੁਸੀਂ ਵੇਚ ਸਕਦੇ ਹੋ, ਤੁਹਾਨੂੰ ਉਹ ਤੁਹਾਡੀਆਂ ਲੋੜਾਂ ਮੁਤਾਬਕ ਤੁਸੀਂ ਦੇਖਣਾ ਉਸ ਸਿਸਟਮ ਮੁਤਾਬਕ। ਤਾਂ ਮੈਂ ਇਹ ਜਾਣਨਾ ਚਾਹਣਾ ਤੇ ਜੇ ਮਜ਼ਦੂਰ ਕਹਿ ਰਿਹਾ ਵੀ 200 ਰੁਪਇਆ ਔਰਤ ਦੀ ਦਿਹਾੜੀ ਘੱਟ ਆ, ਮਜ਼ਦੂਰ ਦੀ ਦਿਹਾੜੀ ਘੱਟ ਆ, ਵੀ ਸਾਡੀ ਦਿਹਾੜੀ ਵਧਾਓ, ਤੇ ਜੇ ਅਸੀਂ ਇਹ ਮੰਗ ਮੰਗੀ ਆ ਤੇ ਇਹ ਐਡੀ ਵੱਡੀ ਦੋਗਲੀ ਨੀਤੀ ਕਿੱਥੋਂ ਲਿਆਉਣੇ ਹੋ ਕਿ ਅਸੀਂ ਇਹ ਪਾੜਾ ਪਾਉਣ ਦਾ ਕੰਮ ਕਰਦੇ ਆ? ਮੈਂ ਤਾਂ ਇਸ ਗੱਲ ਤੇ ਬਹੁਤ ਜ਼ਿਆਦਾ ਹੈਰਾਨ ਆ। ਮੁੱਖ ਮੰਤਰੀ ਭਗਵੰਤ ਮਾਨ ਵੀ ਬੋਲ ਨਹੀਂ ਰਹੇ। ਤੁਸੀਂ ਬੁਢਲਾਡੇ ਬੁੱਧਰਾਮ ਜੀ ਪ੍ਰਿੰਸੀਪਲ ਦੇ ਦਫ਼ਤਰ ਅੱਗੇ ਗੇਟ ਤੇ ਧਰਨਾ ਦੇ ਕੇ ਆ ਜਾਂਦੇ ਹੋ। ਅਫਸੋਸ ਕਿ ਅਜੇ ਤੱਕ ਮਜ਼ਦੂਰਾਂ ਬਾਰੇ, ਹਾਲਾਂਕਿ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਬੁਢਲਾਡੇ ਹਲਕੇ 'ਚ ਮਾਨਸਾ ਜ਼ਿਲ੍ਹੇ 'ਚ ਹੋ ਕੀ ਰਿਹਾ ਮਜ਼ਦੂਰਾਂ ਨਾਲ। ਤੁਸੀਂ ਨਾ ਤਾਂ ਪ੍ਰਿੰਸੀਪਲ ਬੁੱਧਰਾਮ ਰਿਜ਼ਰਵ ਸੀਟ ਜਿੱਤੇ ਹੋਏ ਨੇ, ਉਹ ਕੁਛ ਕਰੇ ਨੇ, ਕੈਬਨਿਟ ਮੰਤਰੀ ਮਾਨਸਾ ਨੂੰ ਮਿਲਿਆ, ਨਾ ਹੀ ਉਹ ਬੋਲ ਰਹੇ ਨੇ। ਕੀ ਕਹਿਣਾ ਚਾਹੋਗੇ? ਤੁਸੀਂ ਤਾਂ ਮੇਰੇ ਸਮਝ 'ਚ 2 ਵਿਅਕਤੀਆਂ ਦਾ ਨਾਮ ਗਲਤ ਲੈ ਰਹੇ ਹੋ। 92 ਚੋਂ ਕਿਹੜਾ ਬੋਲ ਰਿਹਾ? ਮੈਨੂੰ 92 ਚੋਂ ਇੱਕ ਵੀ ਐਮਐਲਏ ਇਸ ਪਾਰਟੀ ਦਾ ਦੱਸ ਦਿਓ ਜਿਹੜਾ ਕਹਿ ਰਿਹਾ ਹੋਵੇ ਵੀ ਅੱਜ ਦੀ ਮਹਿੰਗਾਈ ਨੂੰ ਦੇਖਦੇ ਹੋਏ ਗੈਸ ਸਿਲੰਡਰ ਹੋਣ, ਚਾਹੇ ਉਹ ਖਾਣ ਪੀਣ ਵਾਲੀਆਂ ਪਦਾਰਥ ਹੋਣ, ਵੀ ਇੰਨੀ ਮਹਿੰਗਾਈ ਹੋ ਚੁੱਕੀ ਹੈ, ਪਸ਼ੂਆਂ ਦਾ ਖਾਣਾ ਮਹਿੰਗਾ ਹੋ ਚੁੱਕਿਆ, ਤਾਂ ਵੀ ਮਜ਼ਦੂਰੋ ਤੁਸੀਂ ਵੀ ਰਲ ਕੇ ਕੁਛ ਨਾ ਕੁਛ ਹੰਬਲਾ ਮਾਰੋ, ਦਿਹਾੜੀ ਵਧਾਓ। ਚਾਹੇ ਉਹ ਮਨਰੇਗਾ ਦੀ ਦਿਹਾੜੀ ਦੀ ਗੱਲ ਕਰਾਂ, ਉਹਦੇ 'ਚ ਵੀ ਬੜੇ ਘਟਾਲੇ ਨੇ, ਉਹਦੀ ਵੀ ਜਾਂਚ ਕਰਨਾ। ਮੈਨੂੰ ਇਹ ਤਾਂ ਦੱਸੋ ਵੀ 92 ਐਮਐਲਏਆਂ ਦੇ ਵਿੱਚੋਂ ਕਿਹੜੇ ਮਜ਼ਦੂਰ ਦਾ, ਤੁਸੀਂ ਐਡੇ ਜ਼ਿਲ੍ਹੇ ਦੇ ਨਾਮੀਵਰ ਪੱਤਰਕਾਰ ਹੋ, ਤੁਸੀਂ ਇਹ ਦੱਸ ਦਿਓ ਮੈਨੂੰ ਵੀ ਕਿਹੜੇ ਇੱਕ ਵੀ ਐਮਐਲਏ ਨੇ ਸਟੇਟਮੈਂਟ ਦਿੱਤੀ ਆ ਕਿ ਮਜ਼ਦੂਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਦਿਹਾੜੀ ਵਧਾਉਣਾ। ਦਿਹਾੜੀ ਵਧਾਉਣੀ ਤਾਂ ਕੀ ਸੀ, ਪਾੜੇ ਪਾਏ ਜਾਂਦੇ ਨੇ ਕਿ ਰਾਜਨੀਤੀ ਹੋ ਰਹੀ ਆ, ਫਲਾਨਾ ਹੋ ਰਿਹਾ। ਰਾਜਨੀਤੀ ਨੂੰ ਅਸੀਂ ਕਿਹੜਾ ਹੁਣ ਇਲੈਕਸ਼ਨ ਦੇ ਵਿੱਚ ਖੜੇ ਆ, ਬਹੁਤ ਸਮਾਂ ਪਿਆ, ਜਦੋਂ ਰਾਜਨੀਤੀ ਆਈ ਉਦੋਂ ਗੱਲ ਦੇਖ ਲਾਂਗੇ। ਅੱਜ ਸਿਰਫ ਸਾਰੀਆਂ ਜਥੇਬੰਦੀਆਂ ਨੂੰ ਮੈਂ ਕਹਿਣਾ ਚਾਹਣਾ ਕਿ ਸਮੇਂ ਦੀ ਲੋੜ ਆ, ਤੇ ਨਹੀਂ ਆਉਣ ਵਾਲੇ ਸਮੇਂ ਨੇ ਸਾਨੂੰ ਮਾਫ ਨਹੀਂ ਕਰਨਾ। ਸਾਡਾ ਆਉਣ ਵਾਲਾ ਕੱਲ ਸਾਥੋਂ ਸਵਾਲ ਪੁੱਛੂਗਾ ਕਿ ਜਦੋਂ ਮਜ਼ਦੂਰਾਂ ਨੂੰ ਦਬਾਇਆ ਜਾ ਰਿਹਾ ਸੀ, ਮਜ਼ਦੂਰਾਂ ਨੂੰ ਲੁੱਟਿਆ ਜਾ ਰਿਹਾ ਸੀ, ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ, ਤੇ ਤੁਸੀਂ ਲੀਡਰ ਬਣ ਕੇ, ਤੁਸੀਂ ਜਥੇਬੰਦੀਆਂ ਦੇ ਆਗੂ ਬਣ ਕੇ ਕਿੱਥੇ ਘੁੰਮ ਰਹੇ ਸੀ? ਇਸ ਕਰਕੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਇਹ ਅਪੀਲ ਕਰੂੰਗਾ ਕਿ ਇਹ ਇਕੱਲਾ ਸਰਦੂਲਗੜ੍ਹ ਕੁਲਦੀਪ ਸਿੰਘ ਸਰਦੂਲਗੜ੍ਹ ਦਾ ਸੰਘਰਸ਼ ਨਹੀਂ, ਇਹ ਮਜ਼ਦੂਰਾਂ ਦਾ ਸੰਘਰਸ਼ ਆ। ਇਸ ਆੜ ਦੇ ਵਿੱਚ ਨਾ ਪਾਓ ਵੀ ਉਹ ਸਿਹਰਾ ਲੈ ਜੂ, ਉਹ ਸਿਹਰਾ ਲੈ ਜੂ। ਆਪਾਂ ਸਾਰੇ ਹੀ ਸਿਹਰਾ ਭਰਾ ਲੈ ਜਾਾਂਗੇ ਜੇ ਮਜ਼ਦੂਰ ਦੀ ਦਿਹਾੜੀ ਵਧਾ ਲਾਂਗੇ। ਅਸੀਂ ਸਰਦੂਲਗੜ੍ਹ ਇਹ ਮੁੱਦਾ ਚੱਕਿਆ ਜਿੱਥੇ 300 350 ਦਿਹਾੜੀ ਸੀ,
ਤੁਸੀਂ ਯਕੀਨ ਮੰਨਿਓ, ਪਤਾ ਕਰ ਲਿਓ, 450 500 ਰੁਪਇਆ ਮਜ਼ਦੂਰ ਤੇ ਜਿਹੜੇ ਮਿਸਤਰੀਆਂ ਨਾਲ ਲੱਗੇ ਹੋਏ ਨੇ ਉਹਨਾਂ ਨੂੰ 500 ਰੁਪਏ ਅੱਜ ਦਿਹਾੜੀ ਉੱਥੇ ਮਿਲਣ ਲੱਗ ਗਈ। ਸਾਡਾ ਤਾਂ ਸਿਰਫ ਮਕਸਦ ਇਹ ਆ ਵੀ ਗਰੀਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ। ਗਰੀਬ ਦੇ ਭਵਿੱਖ ਨੂੰ ਸੁਧਾਰਨ ਲਈ ਸਰਕਾਰਾਂ ਨੂੰ ਠੋਸ ਕਦਮ ਚੱਕਣੇ ਪੈਣਗੇ ਤੇ ਪੰਜਾਬ ਦਾ ਮੁੱਖ ਮੰਤਰੀ ਸਾਰੀਆਂ ਗੱਲਾਂ ਅੱਖੋਂ ਪਰੋਖੇ ਖੜੀ ਖੜਿਆ। ਪਰ ਸਾਡੀ ਵੀ ਕੌਮ ਸੂਰਬੀਰਾਂ ਦੀ ਕੌਮ ਆ, ਅਸੀਂ ਡਰਨ ਵਾਲੇ ਨਹੀਂ, ਅਸੀਂ ਝੁਕਣ ਵਾਲੇ ਨਹੀਂ। 24 ਤਰੀਕ ਨੂੰ ਅਸੀਂ ਮਾਨਸਾ ਇਕੱਠੇ ਹੋ ਰਹੇ ਹਾਂ, ਉੱਥੇ ਇੱਕ ਵੱਡਾ ਐਲਾਨ ਕਰਾਂਗੇ। ਲੱਖਾਂ ਦੀ ਤਾਦਾਦ ਦੇ ਵਿੱਚ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਵਿੱਚ ਘੇਰ ਕੇ ਮੈਂ ਪਹਿਲਾਂ ਵੀ ਕਿਹਾ ਕਿ ਤੇਰੀ ਅੱਖ ਦੇ ਵਿੱਚ ਅੱਖ ਪਾ ਕੇ ਮਜ਼ਦੂਰ ਕਿਰਤੀ ਲੋਕ ਗੱਲ ਕਰਨਗੇ ਕਿ ਤੂੰ 2 ਮਹੀਨਿਆਂ ਦੇ ਵਿੱਚ ਮਜ਼ਦੂਰਾਂ ਲਈ ਉਹ ਕਿਹੜਾ ਐਲਾਨ ਆ, ਫਿਰ ਬਣਾ ਲਈ ਉਦਯੋਗਪਤੀਆਂ ਦੀਆਂ ਨੀਤੀਆਂ, ਉਹਦੀ ਜ਼ਮੀਨ ਛਡਾ ਲਈ, ਇਹਦੇ ਗਨਮੈਨ ਵਾਪਸ ਲੈ ਲਾ, ਸਾਨੂੰ ਕੋਈ ਫਰਕ ਨਹੀਂ, ਪਰ ਮਜ਼ਦੂਰਾਂ ਲਈ ਕੀ ਕੀਤਾ। ਤੇ ਇੱਕ ਸਭ ਤੋਂ ਵੱਡਾ ਸਵਾਲ ਹੁਣ ਜਿਹੜਾ ਮਜ਼ਦੂਰਾਂ ਨੇ ਅੱਜ ਤੱਕ ਨਹੀਂ ਮੰਗਿਆ, ਉਹ ਚੀਜ਼ਾਂ ਸਾਨੂੰ ਦੇ ਰਹੇ ਨੇ। ਕਹਿ ਰਹੇ ਨੇ ਕਿ ਮਜ਼ਦੂਰਾਂ ਨੂੰ ਪੀਸਿਆ ਪਸਾਇਆ ਆਟਾ ਮਿਲੂ। ਉਹਦੇ ਪਿੱਛੇ ਮਘਾੜੀਆਂ ਸਾਹਿਬ ਬਹੁਤ ਵੱਡੀ ਚਾਲ ਆ। ਮਜ਼ਦੂਰ ਨਿਰਖ ਕਰ ਲੈਂਦਾ ਕਣਕ ਚੰਗੀ ਹੈ ਕਿ ਮਾੜੀ ਹੈ, ਕਣਕ ਨੂੰ ਲੱਗਿਆ ਹੋਇਆ ਕਿ ਨਹੀਂ ਲੱਗਿਆ ਹੋਇਆ। ਇਹਨਾਂ ਨੇ ਤੇ ਮਜ਼ਦੂਰ ਬਹੁਤ ਜ਼ਿਆਦਾ ਪਰਿਵਾਰ ਹੁਣ ਤਾਂ ਸਾਰੇ ਕਣਕ ਅਸੀਂ ਧੋ ਕੇ ਆਪਦੇ ਹੱਥੀਂ ਸਾਫ਼ ਕਰਕੇ ਫਿਰ ਮਜ਼ਦੂਰ ਵਰਗ ਚੱਕੀ ਤੇ ਲੈ ਕੇ ਜਾਂਦਾ। 20-30 ਰੁਪਏ ਅਸੀਂ ਦੇ ਸਕਦੇ ਹਾਂ, ਪਿਆ ਸਕਦੇ ਹਾਂ ਕਣਕ, ਪਰ ਜਿਹੜਾ ਆਟਾ ਪੀਸ ਕੇ ਆਊ ਉਹ ਪਤਾ ਨਹੀਂ ਉਹਦੇ ਵਿੱਚ ਕੀ ਹੋਊ। ਉਹਦੀ ਅਸੀਂ ਪੂਰੇ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ। ਇਹ ਆਪਦੇ ਫੈਸਲੇ ਨੂੰ ਵਾਪਸ ਲੈ। ਆਉਣ ਵਾਲੇ ਸਮੇਂ ਦੇ ਵਿੱਚ ਜੇ ਮਜ਼ਦੂਰਾਂ ਪ੍ਰਤੀ ਤੂੰ ਮਤਲਬ ਕਿ ਮਜ਼ਦੂਰ ਜਾਗਰੂਕ ਹੋ ਕੇ ਤੁਸੀਂ ਮਜ਼ਦੂਰਾਂ ਵੱਲ ਧਿਆਨ ਨਾ ਦਿੱਤਾ, ਜਿਹੜੇ ਮਜ਼ਦੂਰ ਹੁਣ ਜਾਗਰੂਕ ਹੋ ਚੁੱਕੇ ਨੇ ਉਹਨਾਂ ਵੱਲ ਨਾ ਧਿਆਨ ਦਿੱਤਾ, ਆਉਣ ਵਾਲੇ ਸਮੇਂ ਅਸੀਂ ਸੰਗਰੂਰ ਤੇਰੀ ਕੋਠੀ ਨੂੰ ਘੇਰ ਕੇ ਬੈਠਾਂਗੇ। ਕੁਝ ਲੋਕ ਸਰਕਾਰ ਦੀਆਂ ਨੀਤੀਆਂ ਵਰਗੀ ਗੱਲ ਕਰਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਮਜ਼ਦੂਰ ਲੋਕ ਤਾਂ ਜਿਹੜਾ ਕਮਾਉਂਦੇ ਨੇ ਉਹੀ ਖਾਂਦੇ ਨੇ। ਕਿਤੇ ਇਹ ਤਾਂ ਨਾ ਹੋਊਗਾ ਕਿ ਆਮ ਤੌਰ ਤੇ ਜਥੇਬੰਦੀਆਂ ਕੀ 2-3 ਘੰਟੇ ਪ੍ਰੋਗਰਾਮ ਰੱਖਿਆ ਜੀ, ਚਲੋ ਵਾਪਸ ਆ ਜਾਂਦਾ। ਹੁਣ ਉਹ ਸਮਾਂ ਤਾਂ ਹੈ ਨਹੀਂਗਾ। ਸਰਕਾਰ ਨੂੰ ਸਭ ਕੁਝ ਨਜ਼ਰ ਆ ਰਿਹਾ, ਤੁਸੀਂ ਧਰਨੇ ਵਿਚਾਰੇ ਕਰ ਵੀ ਰਹੇ ਹੋ, ਪਰ ਸਰਕਾਰ ਬੋਲ ਨਹੀਂ ਰਹੀ। ਕੀ ਲੱਗਦਾ ਕਿ ਤੇ ਜਥੇਬੰਦੀਆਂ ਇੱਕ ਲੰਮਾ ਸੰਘਰਸ਼ ਜਾਂ ਲੰਮਾ ਅੰਦੋਲਨ ਛਿੜ ਸਕਦਾ ਮਾਨਸਾ ਤੋਂ? ਤੁਹਾਡਾ ਬਹੁਤ ਵੱਡਾ ਸਵਾਲ ਆ ਮਘਾੜੀਆਂ ਸਾਹਿਬ ਇਹ, ਕਿ ਉਹਨਾਂ ਲੋਕਾਂ ਲਈ ਜ਼ਮੀਨਾਂ ਵਾਲੇ ਜਿਹੜੇ ਸੜਕਾਂ ਤੇ ਬੈਠੇ ਨੇ, ਉਹਨਾਂ ਕੋਲੇ ਲੱਖਾਂ ਦੀਆਂ ਕਰੋੜਾਂ ਦੀਆਂ ਜ਼ਮੀਨਾਂ ਹੁੰਦੀਆਂ, ਪਰ ਉਹ ਸੜਕਾਂ ਤੇ ਆ ਕੇ ਸੰਘਰਸ਼ ਲੜਦੇ ਨੇ। ਪਰ ਮੈਨੂੰ ਇਹ ਗੱਲ ਅਫਸੋਸ ਨਾਲ ਕਹਿਣੀ ਪੈ ਰਹੀ ਆ ਕਿ ਮੇਰੇ ਸਮਾਜ ਦੇ ਪੱਲੇ ਕੁਛ ਨਹੀਂ, ਜਿਹੜੀ ਕਰਨੀ ਆ ਉਹ ਖਾਣੀ ਆ। ਉਹ ਵਿਚਾਰਾ ਇੰਨਾ ਮਜਬੂਰ ਹੋ ਚੁੱਕਿਆ, ਉਹ ਘਰ ਦੇ ਵਿੱਚ ਬੈਠਿਆ 100-100 200 ਰੁਪਏ ਤੇ ਥੋੜੇ ਨਾਲ ਆਪਦਾ ਜੀਵਨ 2 ਟਾਈਮ ਦੀ ਮਸਾਂ ਰੋਟੀ ਖਾ ਰਿਹਾ। ਪਰ ਦਸ਼ਮੇਸ਼ ਪਿਤਾ ਵੱਲੋਂ ਜਾਂ ਗੁਰੂ ਨਾਨਕ ਦੇਵ ਜੀ ਵੱਲੋਂ ਜਿਹੜਾ ਸੱਚ ਦਾ ਸੌਦਾ ਹੋਇਆ ਸੀ, ਉਹਨਾਂ ਦੇ ਜਿਹੜੇ ਗੁਰੂ ਘਰਾਂ ਦੇ ਅੱਜ ਤੱਕ ਲੰਗਰ ਚੱਲਦੇ ਨੇ। ਮੈਨੂੰ ਆਸ ਆ ਗੁਰੂ ਦੀਆਂ ਲਾਡਲੀਆਂ ਫੌਜਾਂ, ਸਾਡੀਆਂ ਬੜੀਆਂ ਪ੍ਰਾਪਤੀਆਂ ਕੀਤੀਆਂ ਹੋਈਆਂ ਗੁਰੂ ਦੀਆਂ ਲਾਡਲੀਆਂ ਫੌਜਾਂ, ਇਨਸਾਫ ਪਸੰਦ ਜਥੇਬੰਦੀਆਂ, ਤੇ ਤੁਹਾਨੂੰ ਮੈਂ 24 ਤਰੀਕ ਨੂੰ ਮਿਲਾਵਾਂਗਾ। ਕਿਸਾਨ ਜਿਹੜੇ ਕਿੱਲਿਆਂ ਤੇ ਆ ਚੁੱਕੇ ਨੇ, ਕਨਾਲਾਂ ਤੇ ਆ ਚੁੱਕੇ ਨੇ, ਜਿਹੜੇ ਸਾਡੇ ਅੰਦੋਲਨ ਨੂੰ ਸੰਯੋਗ ਕਰ ਰਹੇ ਨੇ, ਅਸੀਂ ਥੋੜੇ 10-10 20-20 ਰੁਪਏ ਪਾ ਕੇ ਇਕੱਠੇ ਕਰਕੇ ਜੰਗ ਲੜਾਂਗੇ ਵੀ, ਜਿੱਤਾਂਗੇ ਵੀ। ਜਿੱਤ ਦੀ ਨਿਸ਼ਾਨੀ ਸਾਨੂੰ ਅੱਜ ਮਿਲ ਚੁੱਕੀ ਆ। ਜਿਵੇਂ ਕਹਿੰਦੇ ਹੁੰਦੇ ਨੇ ਸਮੈਲ, ਜਿੱਤ ਦੀ ਖੁਸ਼ਬੂ ਸਾਨੂੰ ਆ ਚੁੱਕੀ ਆ। ਕਿਉਂਕਿ ਅੱਜ ਹੀ ਇੱਥੋਂ ਦੇ ਪ੍ਰਸ਼ਾਸਨ ਅਧਿਕਾਰੀ ਬੋਲ ਕੇ ਗਏ ਨੇ ਕਿ ਤੁਹਾਡਾ ਜਿਹੜਾ ਮਜ਼ਦੂਰਾਂ ਦਾ ਚੁਗਾਈ ਦਾ ਨਰਮਾ ਚੁਗਾਈ ਦਾ ਪੈਸਾ ਸੀ ਉਹ ਸਾਡੇ ਕੋਲੇ ਆ ਚੁੱਕਿਆ। ਅਸੀਂ 1-2 ਦਿਨਾਂ ਦੇ ਵਿੱਚ ਚੈੱਕ ਵੰਡਣੇ ਸ਼ੁਰੂ ਕਰ ਦਾਂਗੇ। ਇਸੇ ਤਰ੍ਹਾਂ ਇਹ ਸਰਕਾਰ ਨੂੰ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ, ਇਨਸਾਫ ਪਸੰਦ ਜਥੇਬੰਦੀਆਂ ਨੂੰ ਲੈ ਕੇ ਇਹ ਸਰਕਾਰ ਦੇ ਧੌਣ ਦੇ ਉੱਤੇ ਗੋਡਾ ਰੱਖ ਕੇ ਹੱਕ ਲਵਾਂਗੇ। ਜੇ ਹੱਕ ਨਾ ਮਿਲੇ ਫਿਰ ਹੱਕ ਖੋਣ ਵੀ ਜਾਣਦੇ ਹਾਂ। ਧੰਨਵਾਦ। ਅੱਜ ਇਹ ਲੱਗਦਾ ਹੈ ਕਿ ਬਹੁਤ ਸਾਰੇ ਤੁਹਾਨੂੰ ਅੱਜ ਰੂਬਰੂ ਕਰਾਵਾਂਗੇ। ਬਹੁਤ ਸਾਰੇ ਸੰਗਰੂਰ ਦੇ ਵਿੱਚੋਂ, ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚੋਂ ਅਲੱਗ-ਅਲੱਗ ਜਥੇਬੰਦੀਆਂ ਜਿਹੜੇ ਲੋਕ ਨੇ ਮੇਰੇ ਨਾਲ। ਜਦੋਂ ਅਸੀਂ ਕਾਨੂੰਨਾਂ ਦੀ ਗੱਲ ਕਰਦੇ ਹਾਂ ਤਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਐਡਵੋਕੇਟ ਦੀ ਗੱਲ ਚੱਲਦੀ ਹੈ ਤਾਂ ਮੇਰੇ ਨਾਲ ਖੜੇ ਨੇ ਜੋ ਮਜ਼ਦੂਰਾਂ ਦੀ ਅਗਵਾਈ ਕਰ ਰਹੇ ਨੇ। ਬਾਈ ਜੀ, ਨਾਮ, ਜਥੇਬੰਦੀ? ਮੇਰਾ ਨਾਮ ਐਡਵੋਕੇਟ ਭੁਪਿੰਦਰ ਵੀਰਵਾਲ, ਮੈਂ ਬਹੁਜਨ ਸਮਾਜ ਪਾਰਟੀ ਦਾ ਆਗੂ ਹਾਂ। ਅੱਜ ਅਸੀਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਜਿਹੜਾ ਐਜੀਟੇਸ਼ਨ ਕਰ ਰਹੇ ਹਾਂ, ਸੂਗੜ ਦੀ ਧਰਤੀ ਤੋਂ ਚੱਲਿਆ, ਵੱਖ-ਵੱਖ ਤਹਿਸੀਲਾਂ ਦੇ ਵਿੱਚ ਦੀ ਹੁੰਦਾ ਹੋਇਆ, ਕਸਬਿਆਂ ਦੇ ਵਿੱਚ ਦੀ ਹੁੰਦਾ ਹੋਇਆ ਅੱਜ ਭੀਖੀ ਦੀ ਧਰਤੀ ਤੇ ਪਹੁੰਚਿਆ। ਇਸ ਤੋਂ ਬਾਅਦ ਜਿਹੜਾ 24 ਤਰੀਕ ਨੂੰ ਅਸੀਂ ਵੱਡਾ ਐਜੀਟੇਸ਼ਨ ਮਾਨਸਾ ਦੀ ਧਰਤੀ ਦੇ ਉੱਤੇ ਅਣਮਿੱਥੇ ਸਮੇਂ ਲਈ ਸ਼ੁਰੂ ਕਰ ਰਹੇ ਹਾਂ। ਸਾਡੇ ਨੇਤਾ ਕੁਲਦੀਪ ਸਿੰਘ ਸਰਦੂਲਗੜ੍ਹ ਔਰ ਭਰਾਤਰੀ ਜਥੇਬੰਦੀਆਂ ਦੀ ਕਾਲ ਦੇ ਉੱਤੇ ਜਿਹੜਾ ਉਹ ਪ੍ਰੋਗਰਾਮ ਹੋ ਰਿਹਾ ਹੈਗਾ। ਤੇ ਜੇ ਮੈਂ ਗੱਲ ਕਰਾਂ ਮਜ਼ਦੂਰ ਜਮਾਤ ਦੀ,
ਵੱਡੇ ਵੱਡੇ ਨਾਰੇ, ਮੈਂ ਤਾਂ ਕੜਮ ਚੌਧਰੀ ਕਹੂੰਗਾ, ਕਿਸਾਨ ਤਾਂ ਇਹ ਲੋਕ ਨੇ ਜਿਹੜੇ ਆ ਧਰਨੇ ਦੇ ਉੱਤੇ ਬੈਠੇ ਆ। ਕਰਨ ਵਾਲੇ ਲੋਕ ਜਿਹੜਾ ਆਪਦੇ ਹੱਥੀਂ ਕਿਰਤ ਕਰਦਾ ਉਹਨੂੰ ਕਿਸਾਨ ਕਿਹਾ ਜਾਂਦਾ, ਨਾ ਕਿ ਚਿੱਟੇ ਕੱਪੜੇ ਪਾ ਕੇ ਜਿਹੜਾ ਆਰਡਰ ਦਿੰਦਾ ਜਾਂ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਸਪੀਕਰ ਲਾ ਕੇ ਐਕਸੀਡੈਂਟਾਂ ਨੂੰ ਜਿਹੜਾ ਉਹ ਦਿੰਦਾਗਾ, ਸੇਧਾਂ ਦਿੰਦਾਗਾ ਜਾਂ ਗੁੰਡਾਗਰਦੀ ਨੂੰ ਸੇਧ ਦਿੰਦਾ, ਉਹਨੂੰ ਕਿਸਾਨ ਕਦੇ ਨਹੀਂ ਕਿਹਾ ਜਾ ਸਕਦਾ। ਕਿਸਾਨ ਤਾਂ ਇਹ ਲੋਕ ਨੇ ਜਿਹੜੀਆਂ ਆਪਣੀਆਂ ਹੱਕੀ ਮੰਗਾਂ ਮੰਗਣ ਵਾਸਤੇ ਆਏ ਨੇ। ਇਹਨਾਂ ਨੂੰ ਮਜ਼ਦੂਰ ਕਹਿ ਲਓ, ਕਿਸਾਨ ਕਹਿ ਲਓ ਜਾਂ ਆਪਦੇ ਹੱਕ ਮੰਗਣ ਵਾਲੇ ਲੋਕ ਕਹਿ ਲਓ, ਇਹ ਲੋਕ ਨੇ। ਉਹਨਾਂ ਨੂੰ ਕੜਮ ਚੌਧਰੀਆਂ ਨੂੰ ਕਦੇ ਵੀ ਕਿਸਾਨ ਨਹੀਂ ਕਿਹਾ ਜਾ ਸਕਦਾ, ਉਹਨਾਂ ਨੂੰ ਜਿਹੜਾ ਜੱਟਵਾਦ ਦਾ ਰੂਪ ਦੇ ਦਿੱਤਾ ਜਾ ਸਕਦਾ। ਜਿਹੜੇ ਲੋਕ ਨੇ ਉਹ ਵੱਡੇ ਵੱਡੇ ਨਾਅਰੇ ਲਾਉਂਦੇ ਨੇ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਜਦੋਂ ਪਿਛਲੇ ਸਮੇਂ ਦੇ ਵਿੱਚ ਐਜੀਟੇਸ਼ਨ ਚੱਲਿਆ ਦਿੱਲੀ ਦੇ ਵਿੱਚ, ਵੱਡੇ ਵੱਡੇ ਨਾਅਰੇ ਲੱਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਉਦੋਂ ਵੀ ਸਾਡੇ ਲੋਕਾਂ ਦਾ ਪਠਾਨਕੋਟ ਦੀ ਧਰਤੀ ਦੇ ਉੱਤੇ, ਗੁਰਦਾਸਪੁਰ ਦੀ ਧਰਤੀ ਦੇ ਉੱਤੇ, ਮਾਨਸਾ ਦੀ ਧਰਤੀ ਦੇ ਉੱਤੇ, ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਬਾਈਕਾਟ ਹੋਇਆ। ਉਦੋਂ ਇਹ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਕਹਾਉਂਦੇ ਆਪਦੇ ਆਪ ਨੂੰ, ਉਹ ਕਿਸੇ ਨੇ ਵੀ ਸਟੇਜ ਦੇ ਉੱਤੇ ਇਹ ਗੱਲ ਨਹੀਂ ਕਹੀ ਵੀ ਯਾਰ ਫਲਾਣੇ ਪਿੰਡ ਦੇ ਵਿੱਚ ਬਾਈਕਾਟ ਹੋਇਆ ਉਹ ਮਾੜੀ ਗੱਲ ਆ, ਜਾਂ ਉਹਦੀ ਨਿਖੇਧੀ ਨਹੀਂ ਕੀਤੀ। ਅਸੀਂ ਉਹਨਾਂ ਲੀਡਰਾਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਡੀ ਤੁਹਾਡੇ ਨਾਲ ਕੋਈ ਲੜਾਈ ਨਹੀਂ। ਤੁਸੀਂ ਆਪਦੀਆਂ 13 ਮੰਗਾਂ ਭਗਵੰਤ ਮਾਨ ਨੂੰ ਪਿਛਲੇ ਦਿਨ ਹੀ ਲਿਖ ਕੇ ਦਿੱਤੀਆਂ, ਉਹ ਪਤਾ ਨਹੀਂ ਮੰਨੀਆਂ ਗਈਆਂ, ਪਤਾ ਨਹੀਂ ਪੈਂਡਿੰਗ ਆ। ਤੁਹਾਡੀ ਗੱਲ ਦੇ ਉੱਤੇ ਗੌਰ ਹੋਈ ਆ। ਅਸੀਂ ਆਪਦੀ ਗੱਲ ਦੇ ਉੱਤੇ ਗੌਰ ਕਰਾਉਣ ਦੇ ਵਾਸਤੇ ਅੱਜ ਭਿੱਖੀ ਦੀ ਧਰਤੀ ਦੇ ਉੱਤੇ ਇਕੱਠੇ ਹੋਏ ਆ। 24 ਤਰੀਕ ਨੂੰ ਮਾਨਸਾ ਦੀ ਧਰਤੀ ਦੇ ਉੱਤੇ ਇਕੱਠੇ ਹੋਵਾਂਗੇ। ਲੋੜ ਪਈ ਤਾਂ ਸੰਗਰੂਰ ਭਗਵੰਤ ਮਾਨ ਦੀ ਕੋਠੀ ਘੇਰਾਂਗੇ, ਫੇਰ ਨਾ ਮਾਮਲਾ ਹੱਲ ਹੋਇਆ ਚੰਡੀਗੜ੍ਹ ਦੀ ਵਿਧਾਨ ਸਭਾ ਜਿਹੜੀ ਉਹਨੂੰ ਘੇਰਨ ਦਾ ਕੰਮ ਕਰਾਂਗੇ, ਪਰ ਕਰਾਂਗੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ, ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ। ਸੰਗਰੂਰ ਜ਼ਿਲ੍ਹੇ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬਣੀ ਹੋਈ ਹੈ। ਪੰਚਾਇਤੀ ਜ਼ਮੀਨਾਂ, ਨਜ਼ੂਲ ਜ਼ਮੀਨਾਂ ਤੇ ਮਜ਼ਦੂਰਾਂ ਲੋਕਾਂ ਦੀਆਂ ਜਿਹੜੀਆਂ ਹੋਰ ਹੱਕੀ ਮੰਗਾਂ ਨੇ ਉਹਨਾਂ ਨੂੰ ਲੈ ਕੇ ਸੰਘਰਸ਼ ਕਰਦੇ ਨੇ ਮੁਕੇਸ਼ ਮਲੌਦ। ਉਹਨਾਂ ਦੀ ਟੀਮ ਦੇ ਮੈਂਬਰ ਬਿਕਰ ਅਥੋਆ ਜੀ ਮੇਰੇ ਨਾਲ ਨੇ। ਬਾਈ ਜੀ ਸਵਾਗਤ। ਹਾਂਜੀ, ਅੱਜ ਅਸੀਂ ਭੀਖੀ ਦੇ ਵਿੱਚ ਪਹੁੰਚੇ ਹਾਂ ਕਿਉਂਕਿ ਮਜ਼ਦੂਰਾਂ ਨੇ ਇੱਥੇ ਦਿਹਾੜੀ ਤੇ ਰੁਜ਼ਗਾਰ ਦੇ ਮਸਲੇ ਨੂੰ ਲੈ ਕੇ ਜਿਹੜਾ ਦੁਹਾਈ ਦਿੱਤੀ ਆ। ਤਾਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਨੂੰ ਇਹਦੇ ਵਿੱਚ ਨਿੱਜੀ ਤੌਰ ਦੇ ਉੱਪਰ ਦਖਲ ਲੈ ਕੇ ਜਿਹੜਾ ਪਿੰਡਾਂ ਦੇ ਵਿੱਚ ਮਾਹੌਲ ਲਗਾਤਾਰ ਵਿਗੜ ਰਿਹਾ, ਕਿ ਪਿੰਡਾਂ ਦੇ ਵਿੱਚ ਬਾਈਕਾਟ, ਅਨਾਉਂਸਮੈਂਟਾਂ ਤੇ ਮਤੇ ਪੈ ਰਹੇ ਨੇ, ਅਜਿਹੇ ਜਿਹੜੇ ਕੁਝ ਸ਼ਰਾਰਤੀ ਅਨਸਰ ਨੇ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਆ ਤੇ ਸਰਕਾਰ ਨੂੰ ਇਹਦੇ 'ਚ ਦਖਲ ਦੇ ਕੇ ਰੇਟ ਆ ਜਿਹੜਾ ਨਿਰਧਾਰਿਤ ਕਰਨਾ ਚਾਹੀਦਾ ਦਿਹਾੜੀ ਦਾ ਤੇ ਝੋਨੇ ਦੀ ਲਵਾਈ ਦਾ। ਅਤੇ ਨਾਲ ਹੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਕੱਲਾ ਦਿਹਾੜੀ ਦਾ ਮਸਲਾ ਨਹੀਂ, ਅਸਲ ਦੇ ਵਿੱਚ ਜੇ ਬਦਲਾਅ ਦੇ ਨਾਂ ਦੇ ਉੱਪਰ ਵਾਕਈ ਦੇ ਵਿੱਚ ਜਿਹਨਾਂ ਲੋਕਾਂ ਦੀਆਂ ਵੋਟਾਂ ਲੈ ਕੇ 92 ਸੀਟਾਂ ਲੈ ਕੇ ਸਰਕਾਰ ਬਣੀ ਆ, ਜੇ ਕੋਈ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਚਾਹੁੰਦੇ ਹੋ ਤਾਂ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਤੀਸਰਾ ਹਿੱਸਾ ਨਜ਼ੂਲ ਜ਼ਮੀਨਾਂ ਦਾ ਮਾਲਕਾਨਾ ਹੱਕ ਅਤੇ ਜਿਹੜਾ ਲਾਲ ਲਕੀਰਾਂ ਦੇ ਘਰਾਂ ਦੇ ਮਾਲਕਾਨਾ ਹੱਕ, ਜਿਹੜੇ ਕਿ ਸਵਾਮਿਤਵਾ ਸਕੀਮ ਸੈਂਟਰ ਵਾਰ-ਵਾਰ ਲੈਟਰ ਕੱਢ ਕੇ ਸੂਬਾ ਸਰਕਾਰ ਨੂੰ ਅਪੀਲ ਕਰ ਰਹੀ ਆ, ਜਿਹੜੀ 2024 ਦੇ ਵਿੱਚ ਸਮਾਪਤ ਹੋਣ ਵਾਲੀ ਆ। ਪਰ ਸੂਬੇ ਦੀ ਸਰਕਾਰ ਪਹਿਲਾਂ ਕਾਂਗਰਸ ਦੀ ਵੀ ਰਹੀ ਆ, ਉਸ ਦੇ ਬਾਅਦ ਤੋਂ ਜਿਹੜਾ ਦਲਿਤ ਮੁੱਖ ਮੰਤਰੀ ਵੀ ਰਿਹਾ ਤੇ ਹੁਣ ਬਦਲਾਅ ਵਾਲੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਗਈ। ਤਿੰਨਾਂ ਦੇ ਬਦਲਾਅ ਤੋਂ ਬਾਅਦ ਵੀ ਅਜੇ ਵੀ ਉਹ ਲੈਟਰ ਆ ਜਿਹੜਾ ਜਿਉਂਦਾ ਤਿਉਂ ਆ, ਉਸ ਨੂੰ ਲਾਗੂ ਕੀਤਾ ਜਾਵੇ ਅਤੇ ਪਲਾਟਾਂ ਦਾ ਜਿਹੜਾ ਬਣਦਾ ਹੱਕ ਆ ਉਹ ਲੋਕਾਂ ਨੂੰ ਰੁਜ਼ਗਾਰ ਦੇ ਰੂਪ ਦੇ ਵਿੱਚ ਦਿੱਤਾ ਜਾਵੇ, ਕਿਉਂਕਿ ਇਹਦੇ ਰਾਹੀਂ ਹੀ ਅਸਲ ਦੇ ਵਿੱਚ ਲੋਕਾਂ ਦਾ ਜਿਹੜਾ ਬਦਲਾਅ ਆ ਤੇ ਜ਼ਿੰਦਗੀ ਦਾ ਬਦਲਾਅ ਆ ਹੋ ਸਕਦਾ ਤੇ ਮਜ਼ਦੂਰਾਂ ਦਾ ਜੀਵਨ ਪੱਧਰ ਆ ਜਿਹੜਾ ਉੱਚਾ ਉੱਠ ਸਕਦਾ। ਬਿਕਰ, ਤੁਸੀਂ ਜਦੋਂ ਪੰਚਾਇਤੀ ਜ਼ਮੀਨਾਂ ਦੇ ਤੀਜੇ ਹਿੱਸੇ ਦੀ ਗੱਲ ਕਰਦੇ ਹੋ, ਸਰਕਾਰ ਇਸ ਮਸਲੇ ਤੇ ਕੁਝ ਕਰ ਨਹੀਂ ਰਹੀ। ਕਹੇ ਤੁਸੀਂ ਸੰਯੁਕਤ ਕਿਸਾਨ ਮੋਰਚਾ ਤੱਕ ਪਹੁੰਚ ਕੀਤੀ ਹੈ ਵੀ ਤੁਸੀਂ ਜਿਹੜੇ ਲੋਕ ਗਲਤ ਡੰਮੀ ਬੋਲੀਆਂ ਕਰਾਉਂਦੇ ਨੇ ਐਸੀ ਭਾਈਚਾਰੇ ਦੇ ਲੋਕਾਂ ਤੋਂ, ਵੀ ਉਹੀ ਬਿਆਨ ਦੇ ਦੇਣ ਵੀ ਭਾਈ ਤੁਸੀਂ ਤੀਜਾ ਹਿੱਸਾ ਜਿਹੜੇ ਜਰਨਲ ਸਰਪੰਚ ਨੇ ਜਾਂ ਰਿਜ਼ਰਵ ਸਰਪੰਚ ਨੇ ਜਾਂ ਪੰਚਾਇਤਾਂ ਨੇ ਜਿਹੜੀਆਂ ਉਹ ਖੁਦ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਦੇ ਉੱਤੇ ਵੀ ਤੁਸੀਂ ਭਾਈ ਤੀਜਾ ਹਿੱਸਾ ਦੇ ਦਿਓ, ਕਿ ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਹੈ? ਤੁਹਾਡੀ ਮੀਟਿੰਗ ਹੋਈ ਹੈ ਕਦੇ ਇਸ ਤਰ੍ਹਾਂ ਦੀ? ਪਹਿਲਾਂ ਸਾਡੀ ਅਲੱਗ-ਅਲੱਗ ਜਥੇਬੰਦੀਆਂ ਨਾਲ ਮੀਟਿੰਗ ਹੋਈ ਆ। ਕੁਝ ਜਥੇਬੰਦੀਆਂ ਜਿਹਦੇ 'ਚ ਕਿਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਉਹਨਾਂ ਨੇ ਕਈ ਪਿੰਡਾਂ ਵਿੱਚ ਮਤੇ ਵੀ ਪਾਏ ਨੇ ਕਿ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਦਲਿਤਾਂ ਨੂੰ ਪੱਕੇ ਤੌਰ ਤੇ ਦਿੱਤਾ ਜਾਊ ਤੇ ਕੋਈ ਵੀ ਜਰਨਲ ਵਰਗ ਦਾ ਬੰਦਾ ਇਹਦੀ ਬੋਲੀ ਨਹੀਂ ਦੇਊਗਾ। ਤੁਹਾਡਾ ਕਹਿਣ ਭਾਵ ਹੈ ਜਿਹੜੀ ਉਗਰਾਹਾਂ ਗਰੁੱਪ ਹੈ ਉਹ ਸਹਿਮਤ ਹੈ ਇਸ ਗੱਲ ਦੇ ਉੱਤੇ ਵੀ ਪੰਚਾਇਤੀ ਜ਼ਮੀਨਾਂ ਤੀਜਾ ਹਿੱਸਾ ਦਿਓ? ਕਿਰਤੀ ਕਿਸਾਨ ਯੂਨੀਅਨ ਸਮੇਤ ਕਈ ਜਥੇਬੰਦੀਆਂ ਨੇ ਜਿਹੜੀਆਂ ਸਹਿਮਤ ਨੇ ਇਸ ਮਸਲੇ ਦੇ ਉੱਪਰ, ਪਰ ਅਸਲ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵੱਖ-ਵੱਖ ਤਰ੍ਹਾਂ ਦੇ ਬੰਦੇ ਨੇ। ਉਹਨਾਂ ਤੱਕ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਹੁਣ ਵੀ ਕੋਸ਼ਿਸ਼ ਦੇ ਵਿੱਚ ਆ ਕਿਸੇ ਤਰੀਕੇ ਨਾਲ ਜਿਹੜਾ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਜਿਹੜਾ ਲਗਾਤਾਰ ਖੇਡਣ ਦੇ ਵੱਲ ਨੂੰ ਵੱਧ ਰਿਹਾ, ਕਿ ਇਸ ਤਰੀਕੇ ਨਾਲ ਕਿਸੇ ਤਰੀਕੇ ਨਾਲ ਇਸ ਨਾਰੇ ਨੂੰ ਜਿਹੜਾ ਬੁਲੰਦ ਕੀਤਾ ਜਾਵੇ। ਮਜ਼ਦੂਰਾਂ ਵੱਲੋਂ ਸਾਡੀ ਇਹ ਪਹਿਲ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ, ਉਹਨਾਂ ਦੀ ਮੰਗਾਂ ਦੇ ਨਾਲ ਸਹਿਮਤ ਆ ਤੇ ਕਿਸਾਨਾਂ ਵੱਲੋਂ ਵੀ ਜਿਹੜੀਆਂ ਕੁਝ ਦਿੱਕਤਾਂ ਨੇ ਉਹਨਾਂ ਨੂੰ ਦੂਰ ਕਰਕੇ ਛੋਟੇ ਕਿਸਾਨਾਂ ਦਾ ਏਕਾ ਅਤੇ ਮਜ਼ਦੂਰਾਂ ਦਾ ਏਕਾ ਜਿਹੜਾ ਉਹ ਬੁਲੰਦ ਕੀਤਾ ਜਾਵੇ ਤੇ ਸਰਕਾਰ ਮਾਰੂ ਜਿਹੜੀਆਂ ਨੀਤੀਆਂ ਨੇ, ਲੋਕ ਮਾਰੂ ਨੀਤੀਆਂ ਦੇ ਖਿਲਾਫ ਆ ਜਿਹੜਾ ਸਿੱਧਤ ਕੀਤਾ ਜਾਵੇ। ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ
ਜਦੋਂ ਵੋਟ ਦਾ ਹੱਕ ਲੈ ਕੇ ਬੰਬੇ ਦੇ ਵਿੱਚ ਪਹੁੰਚੇ ਤਾਂ ਆਪਣਾ ਸਮਾਜ ਕਹਿਣ ਲੱਗਾ ਕਿ ਨਾ ਬਾਬਾ ਸਾਹਿਬ ਸਾਡੇ ਵਾਸਤੇ ਕੀ ਲਿਆਏ ਹੋ। ਤਾਂ ਬਾਬਾ ਸਾਹਿਬ ਨੇ ਕਿਹਾ ਵੀ ਮੈਂ ਇੱਕ ਬੰਬ ਲੈ ਕੇ ਆਇਆ ਤੇ ਰਾਜੇ ਮਤ ਪੇਟੀਆਂ 'ਚ ਪੈਦਾ ਹੋਣਗੇ, ਕਿਉਂਕਿ ਪਹਿਲਾਂ ਰਾਜੇ ਦੇ ਘਰੇ ਸਰਦੂਲਗੜ੍ਹ ਦੀ ਧਰਤੀ ਤੋਂ ਚੱਲਿਆ ਹੋਇਆ ਸੰਘਰਸ਼ ਝਨੀਰ ਬੁਢਲਾਡਾ ਹੁੰਦਾ ਹੋਇਆ ਅੱਜ ਭੀਖੀ ਪਹੁੰਚਿਆ। ਚਾਹੇ ਉਹ ਬੇਰੁਜ਼ਗਾਰ ਜਥੇਬੰਦੀ ਹੋਵੇ, ਚਾਹੇ ਅਧਿਆਪਕਾਂ ਦੀ ਹੋਵੇ, ਜਦੋਂ ਵੀ ਕਿਸੇ ਨੇ ਹੱਕਾਂ ਦੀ ਮੰਗ ਕਰੀ ਹੈ, ਜਦੋਂ ਵੀ ਇਹ ਇਕੱਠੇ ਹੋਏ ਨੇ, ਅਸੀਂ ਏਕਤਾ ਵਿੱਚ ਬਲਦੀਆਂ ਕਹਾਣੀਆਂ ਪੜ੍ਹਦੇ ਰਹੇ ਹਾਂ। ਪਰ ਅੱਜ ਮਜ਼ਦੂਰਾਂ ਦੀਆਂ ਜਥੇਬੰਦੀਆਂ ਇਕਜੁੱਟ ਹੁੰਦੀਆਂ ਨਜ਼ਰ ਆ ਰਹੀਆਂ ਨੇ। 24 ਤਰੀਕ ਨੂੰ ਦੇਖਦੇ ਹਾਂ ਕਿ ਸਰਕਾਰ ਕੀ ਰੁੱਖ ਅਪਣਾਉਂਦੀ ਹੈ। ਸਰਕਾਰ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਕਹਿਣਾ ਚਾਹੁੰਦੇ ਨੇ, ਇਹ ਸਮਾਂ ਦੱਸੇਗਾ। ਪਰ ਮਜ਼ਦੂਰਾਂ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਜੇ ਕਿ ਇਹ ਸੰਘਰਸ਼ ਹੁਣ ਜਿੱਤ ਕੇ ਹੀ ਮੁੜਾਂਗੇ। ਸੋ ਬਣੇ ਰਹੋ ਸਿਰਲੇਖ ਦੇ ਨਾਲ।